ਜਿਨ੍ਹਾਂ ਦੀ ਖੋਜ ਸੀ ਉਹ ਮਿਲ ਗਏ ਹਨ। ਭਾਵ ਕਿ ਅੰਦਰ ਦੀ ਪਿਆਸ ਸੀ, ਅੰਦਰ ਦਾ ਰਸਤਾ ਦੱਸਣ ਵਾਲੇ ਮਿਲ ਗਏ ਹਨ। ਇਹ ਮਾਈ ਥੋੜ੍ਹੇ ਦਿਨ ਪਹਿਲਾਂ ਕਹਿਣ ਲੱਗੀ ਵੀ ਬੰਧਨਾਂ ਦਾ ਤਾਂ ਪਤਾ ਲੱਗ ਗਿਆ ਹੈ, ਪਰ ਇਉਂ ਲੱਗਦਾ ਹੈ ਵੀ ਇਸ ਜਨਮ ਛੁਟਕਾਰਾ ਹੋਣਾ ਔਖਾ ਹੈ। ਬਹੁਤ ਮਜ਼ਬੂਤ ਹਨ ਸੰਸਾਰੀ ਬੰਧਨ, ਬਹੁਤ ਮਜਬੂਰ ਬਣਦੇ ਹਨ, ਨਿਕਲ ਨਹੀਂ ਦਿੰਦੇ ਸਮਾਜ ਤੋਂ ਬਾਹਰ, ਸੰਸਾਰ ਤੋਂ ਬਾਹਰ। ਮੈਂ ਕਿਹਾ ਨਹੀਂ, ਅਗਰ ਤੁਹਾਡੀ ਪਿਆਸ ਪੂਰੀ ਹੋਈ ਨਾ, ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ। ਹਾਂ, ਪਿਆਸ ਅਧੂਰੀ ਹੋਈ ਤਾਂ ਤੁਸੀਂ ਰੁਕ ਸਕਦੇ ਹੋ। ਥੋੜ੍ਹਾ ਬਹੁਤਾ ਵੀ ਲਗਾ ਰਹਿ ਗਿਆ ਪਿੱਛੇ ਤਾਂ ਉਹਨਾਂ ਚਿਰ ਰੁਕੇ ਰਹੋਗੇ। ਜਦੋਂ ਪਿਆਸ ਪੂਰੀ ਹੋ ਗਈ, 100% ਤੁਹਾਡਾ ਮਨ ਮੰਨ ਗਿਆ ਵੀ ਹੁਣ ਛੁਟਕਾਰਾ ਹੋਣਾ ਹੈ, ਕਰਨਾ ਹੀ ਹੈ, ਤਾਂ ਉਦੋਂ ਹੋ ਹੀ ਜਾਣਾ ਹੈ। ਖਿਆਲ ਵਿੱਚ ਰੱਖਿਓ। ਜਦੋਂ ਹਿਰਦੇ ਦੀ ਗਹਿਰਾਈ ਦੇ ਵਿੱਚੋਂ ਪਿਆਸ ਉੱਠੀ ਨਾ, ਕਹਿੰਦੇ ਨਾ ਭਵੀ ਅੰਮ੍ਰਿਤ ਵੇਲੇ ਬੋਲਿਆ ਤਾਂ ਅੰਦਰ ਸੁਣੀ ਪੁਕਾਰ, ਉਦੋਂ ਉਹ ਪੁਕਾਰ ਸੁਣ ਲੈਂਦਾ ਹੈ। ਜਦੋਂ ਤੁਸੀਂ ਅੰਮ੍ਰਿਤ ਵੇਲੇ, ਭਾਵ ਕਿ ਉਸ ਅੰਮ੍ਰਿਤ ਦੇ ਕੋਲ ਖੜੇ ਹੋ ਕੇ ਪੁਕਾਰੋਗੇ ਤਾਂ ਉਦੋਂ ਹੀ ਅੰਮ੍ਰਿਤ ਵੇਲਾ ਹੋ ਗਿਆ, ਉਦੋਂ ਹੀ ਪੁਕਾਰ ਸੁਣੂਗਾ ਤੇ ਸੁਣੇਗਾ। ਅਗਰ ਤੁਹਾਡੀ ਪਿਆਸ ਹੋਈ, ਤੜਪ ਹੋਈ, ਤੁਸੀਂ ਨਿਕਲਣਾ ਚਾਹੋਗੇ ਤੇ ਨਿਕਲੋਗੇ। ਤੇ ਜਿਹੜਾ ਨਿਕਲਣਾ ਚਾਹੁੰਦਾ ਹੈ ਉਹਨੂੰ ਕੋਈ ਵੀ ਸੰਸਾਰਿਕ ਬੰਧਨ ਨਹੀਂ ਪੈ ਸਕਦਾ ਹੈ। ਧਾਰਮਿਕ ਲੋਕ ਵੀ ਉਹਨੂੰ ਬੰਨ੍ਹ ਨਹੀਂ ਸਕਦੇ ਹਨ। ਧਾਰਮਿਕ ਲੋਕ ਵੀ ਰੋਕ ਨਹੀਂ ਸਕਦੇ ਹਨ, ਪਰ ਜਿੰਨਾ ਚਿਰ ਉਹ ਡਰਦਾ ਹੈ ਸਮਾਜ ਕੋਲੋਂ, ਧਾਰਮਿਕ ਲੋਕਾਂ ਕੋਲੋਂ। ਡਰਦਾ ਕੌਣ ਹੈ? ਜਿਹਦੀ ਇਹਦੇ ਪਕੜ ਹੈ, ਮੋਹ ਹੈ, ਉਹ ਹੀ ਡਰਦਾ ਹੈ। ਵੀ ਧਾਰਮਿਕ ਲੋਕ ਨਾਰਾਜ਼ ਹੋ ਗਏ ਜਾਂ ਸੰਸਾਰਿਕ ਲੋਕ, ਰਿਸ਼ਤੇਦਾਰ ਨਾਰਾਜ਼ ਹੋ ਗਏ, ਮੇਰਾ ਕੀ ਹੋ? ਡਰਦਾ ਹੈ ਨਾ, ਮੋਹ ਹੈ। ਤੇ ਜਿਹਦੀ ਇਹ ਜੀ ਪਕੜ ਹੈ, ਉਹ ਨਹੀਂ ਨਿਕਲ ਸਕਦਾ ਹੈ। ਇਸੇ ਕਰਕੇ ਇਸ ਵਾਸਤਵਿਕ ਧਰਮ ਵੱਲ ਨੂੰ ਆਉਣ ਵਾਸਤੇ ਸਾਹਸ ਦੀ ਲੋੜ ਹੁੰਦੀ ਹੈ। ਬਹੁਤ ਵੱਡਾ ਸਾਹਸ ਹੋਣਾ ਚਾਹੀਦਾ। ਝੂਠ ਨੂੰ ਛੱਡਣ ਵਾਸਤੇ ਵੀ ਸਾਹਸ ਦੀ ਲੋੜ ਹੈ ਨਾ, ਆ ਸੱਤ ਨੂੰ ਛੱਡਣ ਵਾਸਤੇ, ਸੰਸਾਰ ਨੂੰ ਕਹਿ, ਮਿਥਿਆ ਨੂੰ। ਤੇ ਬਹੁਤ ਸਾਹਸ ਦੀ ਲੋੜ ਹੈ। ਝੂਠ ਨੂੰ ਝੂਠ ਕਹਿ ਦੇਣਾ। ਤੁਸੀਂ ਸੰਸਾਰ 'ਚ ਖੜੇ ਹੋ, ਭਾਵੇਂ ਕਈਆਂ ਨੂੰ ਪਤਾ ਵੀ ਲੱਗ ਗਿਆ ਹੈ, ਤਾਂ ਵੀ ਤੁਸੀਂ ਕਹਿੰਦੇ ਨਹੀਂ ਹੋ। ਕਿਉਂ? ਕਿਉਂਕਿ ਨਾਰਾਜ਼ ਹੋ ਜਾਣਗੇ ਜੇ ਕਿਸੇ ਨੂੰ ਕਿਹਾ ਤਾਂ। ਇਵੇਂ ਹੀ ਇੱਕ ਨੌਜਵਾਨ ਨੇ
ਟੈਲੀਫੋਨ ਕਰਕੇ ਮੈਨੂੰ ਦੱਸਿਆ ਕਿ ਮੇਰੇ ਘਰ ਕੋਈ ਰਿਸ਼ਤੇਦਾਰ ਆਏ ਸਨ ਅਤੇ ਸ਼ਾਮ ਦੇ ਵਕਤ ਉਹਨਾਂ ਨੇ ਮੈਨੂੰ ਪਾਠ ਕਰਨ ਵਾਸਤੇ ਕਿਹਾ। ਅਤੇ ਮੈਂ ਕਹਿੰਦਾ ਪਾਠ ਕੀਤਾ ਅਤੇ ਸਮਾਪਤੀ ਤੋਂ ਬਾਅਦ ਉਹ ਕਹਿਣ ਲੱਗੇ ਵੀ ਇਹਦੇ ਵਿੱਚ ਗਲਤੀਆਂ ਬਹੁਤ ਹਨ, ਤੂੰ ਅਸ਼ੁੱਧ ਪਾਠ ਕੀਤਾ ਹੈ। ਸਾਡੇ ਮਹਾਂਪੁਰਖ ਕਹਿੰਦੇ ਹਨ ਵੀ ਅਸ਼ੁੱਧ ਪਾਠ ਕਰਨ ਵਾਲਾ ਅਤੇ ਪਾਪਾਂ ਦਾ ਭਾਗੀਦਾਰ ਹੈ ਹੀ। ਤੁਸੀਂ ਦੁੱਗਣੇ ਭਾਗੀਦਾਰ ਬਣੋਗੇ ਪਾਪਾਂ ਦੇ ਅਗਰ ਤੁਸੀਂ ਉਹਨੂੰ ਦੱਸਿਆ ਨਾ। ਉਹ ਕਹਿਣ ਲੱਗਾ ਮੈਂ ਤੈਨੂੰ ਦੱਸ ਰਿਹਾ ਵੀ ਤੂੰ ਬਹੁਤ ਗਲਤੀਆਂ ਕੀਤੀ। ਤੇ ਧਾਰਮਿਕ ਲੋਕ ਤੇ ਪਾਪ ਤੋਂ ਛੁੱਟ ਗਏ ਨਾ। ਤੇ ਇਹ ਲਗਾ ਮਾਤਰਾ ਗਲਤ ਪੜੀਆਂ ਤੇ ਪਾਪ ਹੋ ਗਏ। ਦੇਖੋ ਧਾਰਮਿਕ ਲੋਕ ਕੈਸੇ ਉਪਦੇਸ਼ ਨੂੰ ਸਮਝਣਾ ਸੀ ਤਾਂ ਲਗਾ ਮਾਤਰਾ ਵੱਲ ਧਿਆਨ। ਫਿਰ ਜਿਹਦਾ ਲਗਾ ਮਾਤਰਾ ਵੱਲ ਧਿਆਨ ਹੈ ਸਮਝਦਾ ਥੋੜ੍ਹੀ ਹੈ। ਇਹ ਨੌਜਵਾਨ ਦਾ ਥੋੜ੍ਹਾ ਜਿਹਾ ਸਮਝਣ ਵੱਲ ਧਿਆਨ ਹੋਵੇਗਾ, ਇਸ ਕਰਕੇ ਲਗਾ ਮਾਤਰਾ ਭੁੱਲ ਗਈ। ਉਹਨੂੰ ਭੁੱਲਣਗੀਆਂ ਹੀ ਜਿਹਦਾ ਸਮਝਣ ਵੱਲ ਧਿਆਨ ਹੋਵੇਗਾ। ਅਤੇ ਜਿਹਦਾ ਸਿਰਫ ਲਗਾ ਮਾਤਰਾ ਵੱਲ ਹੀ ਧਿਆਨ ਹੈ ਉਹ ਤਾਂ ਲਗਾ ਮਾਤਰਾ ਹੀ ਕੰਠ ਕਰੀ ਬੈਠਾ। ਅਤੇ ਕਈ ਧਾਰਮਿਕ ਲੋਕ ਇਹ ਲਗਾ ਮਾਤਰਾ ਹੀ ਕੰਠ ਕਰੀ ਬੈਠੇ ਆ, ਸ਼ੁੱਧ ਪਾਠ ਕਰਨਾ, ਪਾਠ ਕਰਾ ਰਹੇ ਹਨ। ਅਤੇ ਇਹਨੂੰ ਉਹ ਰਿਸ਼ਤੇਦਾਰ ਕਹਿਣ ਲੱਗਾ ਵੀ ਤੂੰ ਸੰਥਾ ਲੈ, ਪਾਠ ਕਰਨਾ ਸਿੱਖ, ਕਿਸੇ ਕੋਲ ਪਾਠ ਕਰਿਆ ਕਰ। ਮੈਨੂੰ ਕਹਿਣ ਲੱਗਾ ਵੀ ਮੈਂ ਅੰਦਰੋਂ ਥੋੜ੍ਹਾ ਜਿਹਾ ਮੁਸਕਰਾਇਆ, ਪਰ ਮੈਂ ਉਹਨੂੰ ਕੁਝ ਨਹੀਂ ਕਿਹਾ ਵੀ ਮੈਂ ਇਹ ਸਾਰਾ ਕੁਛ ਕਰ ਕਰਕੇ ਛੱਡ ਦਿੱਤਾ ਹੈ। ਇਹ ਧਾਰਮਿਕ ਕਰਮ ਕਰਕੇ ਛੱਡ ਦਿੱਤੇ ਹਨ। ਪਾਠ ਕਰ ਲਿਆ, ਹੁਣ ਸੁਣ ਲਿਆ, ਹੁਣ ਮਨਨ ਕਰ ਰਿਹਾ, ਮੰਨ ਰਿਹਾ ਹੈ ਜੋ ਕਿਹਾ ਹੈ ਉਹਨੂੰ ਮੰਨ ਰਿਹਾ, ਮਨ ਨੂੰ ਹਟਾ ਰਿਹਾ ਹਾਂ ਸੱਤ ਵਾਲੇ ਪਾਸੇ, ਮਨ ਮੋੜ ਰਿਹਾ, ਮਨਨ ਕਰ ਰਿਹਾ ਨਾ। ਮਨਨ ਕਰਨਾ ਪਹਿਲਾਂ ਸੁਣਨਾ ਫਿਰ ਮਨਨ ਕਰਨਾ, ਸੁਣਿਆ ਮੰਨੇ ਫਿਰ ਮੰਨਿਆ ਜਾਵੇਗਾ ਅਤੇ ਭਾਵਨਾ ਤਾਂ ਹੀ ਆਵੇਗੀ ਨਾ ਵੀ ਠੀਕ ਕਿਹਾ ਸੀ। ਮਨਨ ਕਰ ਰਿਹਾ ਪਰ ਉਹਨੂੰ ਕੁਝ ਨਹੀਂ ਕਿਹਾ। ਕਿਉਂ ਨਹੀਂ ਕਿਹਾ? ਕਿਉਂਕਿ ਨਾਰਾਜ਼ ਹੋ ਜਾਵੇਗਾ। ਪਰ ਅਗਰ ਤੁਸੀਂ ਆਪਣੇ ਤਰਫੋਂ ਜੋ ਵਾਸਤਵਿਕ ਹੈ ਨਾ ਉਹ ਨਾ ਕਹੋਗੇ, ਉਹਦੇ ਨਾਲ ਤੁਹਾਨੂੰ ਵੀ ਹਾਨੀ ਹੋਵੇਗੀ। ਖਿਆਲ ਵਿੱਚ ਰੱਖੋ, ਐਸਾ ਨਹੀਂ ਵੀ ਹਰ ਇੱਕ ਨੂੰ ਕਹੋ, ਨਹੀਂ, ਜੋ ਵਾਸਤਵਿਕ ਹੈ ਆਪਣੇ ਵੱਲੋਂ ਉਹ ਕਹੋ ਵੀ ਅਸੀਂ ਹੁਣ ਪਾਠ ਨਹੀਂ ਕਰਦੇ ਹਾਂ ਬਈ, ਅਸੀਂ ਜੋ ਪਾਠ ਦੇ ਵਿੱਚ ਕਿਹਾ ਹੈ ਉਹ ਕਰਦੇ, ਕਰਨ ਵਾਸਤੇ ਕਿਹਾ ਹੈ ਨਾ। ਅਗਲਾ ਕਦਮ ਹੁਣ ਮਨਨ ਕਰ ਰਹੇ, ਫਿਰ ਨਿਧੀ ਆਸਨ ਕਰਾਂਗੇ। ਮੰਨ ਰਹੇ ਹਾਂ, ਹੁਣ ਸੰਸਾਰ ਵਾਲੇ ਪਾਸੇ ਤੋਂ ਮਨ ਨੂੰ ਹਟਾ ਰਹੇ। ਹੁਣ ਅਗਲਾ ਕਦਮ ਹੈ ਧਰਮ ਤੋਂ ਅਗਲਾ ਕਦਮ। ਅਤੇ ਧਰਮ ਤੋਂ ਅਗਲਾ ਕਦਮ ਹੈ ਮੰਨਣਾ। ਮਨ ਨੂੰ ਹਟਾਉਣਾ। ਹੁਣ ਮਨ ਨੂੰ ਹਟਾਉਣ ਵਾਸਤੇ ਤਾਂ ਕੋਈ ਵੀ ਨਹੀਂ ਦੱਸਦਾ ਹੈ ਧਾਰਮਿਕ ਵਿਅਕਤੀ, ਕੋਈ ਪ੍ਰਚਾਰਕ ਨਹੀਂ ਦੱਸਦਾ। ਕੋਈ ਕਹਿੰਦਾ ਵੀ ਮਨਨ ਕਰੋ, ਬਸ ਪੜ੍ਹੋ ਅਤੇ ਸੁਣੋ। ਮਨਨ ਕਰੋ, ਸੁਣਿਆ ਮੰਨਿਆ ਮਨ ਕੀਤਾ ਭਾਓ, ਫਿਰ ਉਹ ਭਾਵਨਾ ਆਵੇਗੀ ਤੁਹਾਡੇ ਮਨ ਦੇ ਅੰਦਰ ਜੋ ਤੁਸੀਂ
ਸਮਝਿਆ ਹੈ, ਮਨਨ ਕੀਤਾ ਹੈ। ਅਗਰ ਸੰਸਾਰ ਵੱਲੋਂ ਧਿਆਨ ਹਟਾਓਗੇ ਤੇ ਤੁਹਾਡਾ ਮਨ ਸ਼ਾਂਤ ਹੋਵੇਗਾ ਤੇ ਤੁਹਾਨੂੰ ਹੋਰ ਸ਼ਰਧਾ ਪੈਦਾ ਹੋਵੇਗੀ ਨਾ ਵੀ ਜੋ ਕਿਹਾ ਹੈ ਠੀਕ ਹੈ, ਸ਼ਾਂਤ ਹੋ ਰਿਹਾ। ਅਸੀਂ ਸੰਸਾਰ ਵੱਲੋਂ ਧਿਆਨ ਹਟਾਉਂਦੇ ਹਾਂ ਤੇ ਸ਼ਾਂਤ ਹੋ ਜਾਂਦਾ। ਜਿਵੇਂ ਦਰਸ਼ਨ ਸਿੰਘ ਜੀ ਨੇ ਲਿਖਿਆ ਹੈ ਵੀ ਮੇਰਾ ਅੱਖਾਂ ਖੋਲ੍ਹ ਕੇ ਵੀ ਟਿਕਾ ਬਣਦਾ ਹੈ ਕਿ ਇਹ ਸਭ ਠੀਕ ਹੈ। ਕਹਿੰਦਾ ਅੱਖਾਂ ਮੀਟ ਕੇ ਮੈਂ ਜਦੋਂ ਬੈਠਦਾ ਹਾਂ ਦਿਲ ਦੀ ਧੜਕਣ ਸੁਣਾਈ ਦਿੰਦੀ। ਉਹ ਸੁਣਦੇ ਸੁਣਦੇ ਫਿਰ ਮਨ ਟਿਕ ਜਾਂਦਾ। ਦੇਖੋ ਕਿੰਨਾ ਸਿਖਾਲਾ ਹੈ ਟਿਕਾਉਣਾ। ਦਿਲ ਦੀ ਧੜਕਣ ਨਾਲ ਵੀ ਟਿਕ ਗਈ। ਇਹੋ ਹੀ ਮੰਤਰ ਬਣ ਗਿਆ ਨਾ। ਮੈਂ ਕਹਿੰਦਾ ਨਾ ਕੋਈ ਵੀ ਵਿਧੀ ਕੰਮ ਆ ਸਕਦੀ ਹੈ ਮਨ ਨੂੰ ਟਿਕਾਉਣ ਵਾਸਤੇ। ਧੜਕਣ ਸੁਣਾਈ ਦੇ ਰਹੀ ਹੈ, ਸੁਣੀ ਜਾਓ ਸੁਣੀ ਜਾਓ, ਇਹਦੇ ਨਾਲ ਵੀ ਮਨ ਟਿਕ ਜਾਵੇ। ਸਵਾਸਾਂ ਨੂੰ ਦੇਖੀ ਜਾਓ, ਮਹਿਸੂਸ ਕਰੀ ਜਾਓ, ਸੁਣੀ ਜਾਓ, ਸਵਾਸਾਂ ਦੁਆਰਾ ਵੀ ਟਿਕ ਜਾਂਦਾ। ਪਰ ਬਾਹਰੋਂ ਹਟਿਆ ਹੋਵੇ ਤਾਂ ਟਿਕਦਾ ਹੈ ਨਾ। ਅਗਰ ਬਾਹਰ ਜ਼ਿਆਦਾ ਵਿਸਥਾਰ ਹੋਊਗਾ ਤੁਹਾਡਾ ਜਾਂ ਵਾਸ਼ਨਾਵਾਂ ਚਾਹਤਾਂ ਹੋਣਗੀਆਂ ਫਿਰ ਥੋੜ੍ਹੀ ਟਿਕੇਗੀ। ਤੇ ਆਮ ਸਧਾਰਨਤਾ ਹੈ, ਧਾਰਮਿਕ ਲੋਕ ਇਹ ਥੋੜ੍ਹੀ ਦੱਸਦੇ ਹਨ। ਉਹ ਕਹਿੰਦੇ ਹਨ ਵੀ ਸ਼ਬਦ ਦੇ ਵਿੱਚ ਧਿਆਨ ਲਾਓ, ਹੋਰ ਜ਼ੋਰ ਲਾਓ। ਸਗੋਂ ਡਿਪਰੈਸ਼ਨ ਦੇ ਵਿੱਚ ਜਾ ਰਹੇ ਹਨ ਬਹੁਤੇ ਸਾਧਕ, ਜ਼ੋਰ ਲਾ ਲਾ। ਜ਼ੋਰ ਥੋੜ੍ਹੀ ਲਾਉਣਾ ਹੈ। ਧਿਆਨ ਵਾਸਤੇ ਜ਼ੋਰ ਤੁਸੀਂ ਲਾਓਗੇ, ਲਾਊਗਾ ਕੌਣ? ਮਨ ਹੀ ਮਨ ਨੂੰ ਮੋੜਨ ਵਾਸਤੇ ਜ਼ੋਰ ਲਾਵੇਗਾ ਅਤੇ ਕਠਿਨਾਈ ਤਾਂ ਹੋਵੇਗੀ ਨਾ। ਜਿਵੇਂ ਇੱਕ ਹੱਥ ਉਸ ਪਾਸੇ ਨੂੰ ਖਿੱਚਦਾ ਹੈ, ਦੂਸਰਾ ਉਸ ਪਾਸੇ ਨੂੰ ਖਿੱਚੂਗਾ, ਨਹੀਂ। ਜ਼ਬਰਦਸਤੀ ਧਿਆਨ ਨਹੀਂ ਰੁਕੇਗਾ, ਸਮਝ ਕੇ ਰੁਕੇਗਾ, ਜਾਣ ਕੇ ਰੁਕੇਗਾ। ਬਸ ਇੰਨਾ ਹੀ ਜਾਣ ਲਓ ਵੀ ਸੰਸਾਰ ਅਸੱਤ ਹੈ, ਝੂਠ ਹੈ, ਅਸਾਰ ਹੈ, ਇਹ ਵਾਸਤਵਿਕ ਨਹੀਂ ਹੈ। ਇਹਦੇ 'ਚ ਕੁਛ ਮਿਲਦਾ ਨਹੀਂ ਹੈ, ਇਹਦੇ 'ਚ ਕੁਛ ਨਿਕਲ ਨਹੀਂ ਸਕਦਾ। ਜਾਣ ਲਿਆ ਤੁਸੀਂ ਸੰਸਾਰ ਅਸੱਤ ਅਤੇ ਸੰਸਾਰ ਵੱਲੋਂ ਧਿਆਨ ਹਟਣਾ ਸ਼ੁਰੂ ਹੋ ਜਾਵੇ। ਮਿਲਦਾ ਕੀ ਹੈ ਤੁਸੀਂ ਨਿਚੋੜ ਕੱਢੋ, ਕੀ ਮਿਲਿਆ ਹੈ। ਅਗਰ ਜਾਣਿਆ ਹੈ ਥੋੜ੍ਹਾ ਬਹੁਤਾ ਤਾਂ ਤੁਹਾਨੂੰ ਪਤਾ ਹੀ ਲੱਗਿਆ ਹੋਊਗਾ ਕੀ ਮਿਲਿਆ। ਮਿਲਿਆ ਤਾਂ ਕੁਛ ਚਿੰਤਾ ਪਰੇਸ਼ਾਨੀਆਂ ਵਾਧੂ ਦੀਆਂ ਮਿਲਦੀਆਂ ਸੰਸਾਰ 'ਚ ਜਿੰਨਾ ਜਾਓ, ਅਤੇ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹਨ, ਚਿੰਤਾ ਹੀ ਚਿੰਤਾ ਹੈ, ਦੁੱਖ ਹੀ ਦੁੱਖ ਹੈ, ਕਲੇਸ਼ ਹੀ ਕਲੇਸ਼। ਅਤੇ ਸੰਸਾਰ ਨੂੰ ਛੁਟਕਾਰੇ ਦੀ ਚਾਹ ਹੈ ਜਿਹਦੇ ਅੰਦਰ, ਮੁਕਤ ਹੋਣ ਦੀ ਚਾਹ ਹੈ, ਉਹ ਫਿਰ ਮੁਕਤ ਪੁਰਸ਼ ਨੂੰ ਮਿਲਦਾ ਹੈ। ਅਤੇ ਜਿਹਦੇ ਅੰਦਰ ਅਜੇ ਸੰਸਾਰ ਦੀ ਚਾਹ ਹੈ, ਅਜੇ ਸੰਸਾਰ ਮਿੱਠਾ ਲੱਗਦਾ ਹੈ, ਉਹ ਅਜੇ ਬਚਕਾਨਾ ਹੈ, ਉਹ ਪ੍ਰੌੜ ਨਹੀਂ ਹੋਇਆ ਹੈ, ਉਹ ਬਾਹਰਲੇ ਧਰਮ ਦੇ ਵਿੱਚ ਹੀ ਰੁਕਿਆ ਰਹੇਗਾ। ਪ੍ਰੌੜ ਉਹ ਹੋ ਜਾਂਦਾ ਹੈ ਜਿਹੜਾ ਜਾਣ ਲੈਂਦਾ ਹੈ ਵਾਸਤਵਿਕ ਤੱਥ ਜੋ ਲਿਖਿਆ ਹੈ ਗੁਰੂਆਂ ਨੇ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਅਤੇ ਜਿਹੜਾ ਜਾਣ ਲੈਂਦਾ ਹੋਵੇ ਉਹ ਹਟੂਗਾ ਹੀ ਨਾ। ਅਤੇ ਪ੍ਰੌੜ ਉਹ ਹੋ ਜਾਂਦਾ ਹੈ, ਉਹ ਫਿਰ ਜਾਂਦਾ ਹੈ ਵਾਸਤਵਿਕ ਧਰਮ ਵੱਲ। ਉਹਨੂੰ ਫਿਰ ਵਾਸਤਵਿਕ ਧਰਮ ਦੀ ਗੱਲ ਸਮਝ ਆਉਂਦੀ ਹੈ। ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਹੈ। ਤੁਸੀਂ ਆਮ ਸਧਾਰਨ ਧਾਰਮਿਕ ਨੂੰ ਸੁਣਾ ਕੇ ਦੇਖੋ, ਕਈਆਂ ਨੂੰ ਸਮਝ ਹੀ ਨਹੀਂ ਆਉਂਦੀ ਹੈ ਵੀ ਗੱਲ ਹੋ ਕੀ ਰਹੀ। ਉਹ ਤਾਂ ਆਪਣੇ ਆਦੀ ਹਨ ਨਾ ਉਹ ਧਰਮ ਗੱਲਾਂ ਸੁਣਨ ਦੀ, ਸਾਖੀਆਂ ਕਹਾਣੀਆਂ ਉਹਨਾਂ ਨੂੰ ਸਮਝ ਵਿੱਚ ਹੀ ਨਹੀਂ ਆਵੇ।
ਕੁਛ ਕੁ ਤੂੰ ਸੁਣਦੇ ਹਨ, ਉਹਨਾਂ ਨੂੰ ਵੀ ਫਰਕ ਨਹੀਂ ਪਵੇਗਾ ਬਹੁਤ। ਹਾਂ, ਜਿਹੜੇ ਗਹਿਰਾਈ 'ਚ ਸੁਣਦੇ ਹਨ, ਜਿਨ੍ਹਾਂ ਨੂੰ ਪਿਆਸ ਹੈ, ਉਹਨਾਂ ਦੀ ਯਾਤਰਾ ਆਪਣੇ ਆਪ ਹੀ ਉੱਧਰ ਨੂੰ ਹੋਵੇਗੀ। ਜਿੱਧਰ ਦੀ ਗੱਲ ਕਹੀ ਗਈ ਹੈ, ਖਿਆਲ ਵਿੱਚ ਰੱਖੋ। ਜਿੱਧਰ ਦੀ ਗੱਲ ਕਹੀ ਗਈ ਹੈ ਨਾ, ਅਗਰ ਤੁਸੀਂ ਧਿਆਨਪੂਰਵਕ ਸੁਣੋਗੇ, ਗਹਿਰਾਈ ਨਾਲ, ਭਾਵਨਾ ਨਾਲ, ਤਾਂ ਉੱਧਰ ਦੀ ਯਾਤਰਾ ਹੀ ਹੋਵੇਗੀ। ਸਹਿਜ ਹੈ ਨਾ, ਹੋਵੇਗੀ। ਜਿੱਧਰ ਦੀ ਸੁਣੋਗੇ, ਸੰਸਾਰ ਦੀ ਸੁਣੋਗੇ, ਸੰਸਾਰ ਦੀ ਯਾਤਰਾ ਹੋਵੇਗੀ। ਕਰਤਾਰ ਦੀ ਸੁਣੋਗੇ, ਕਰਤਾਰ ਦੀ ਯਾਤਰਾ ਹੋਵੇਗੀ। ਅੰਦਰ ਦੀ ਸੁਣੋਗੇ, ਅੰਦਰ ਦੀ ਯਾਤਰਾ ਹੋਵੇਗੀ। ਬਾਹਰ ਦੀਆਂ ਗੱਲਾਂ ਸੁਣੋਗੇ, ਸੰਸਾਰ ਦੀਆਂ, ਸੰਸਾਰ ਦੀ ਯਾਤਰਾ ਹੋਵੇਗੀ। ਇਸੇ ਕਰਕੇ ਮੈਂ ਕਹਿੰਦਾ, ਸੰਸਾਰ ਦੀਆਂ ਗੱਲਾਂ ਨਾ ਸੁਣੋ, ਨਾ ਕਹੋ, ਨਾ ਕਿਸੇ ਦੀ ਕਰੋ, ਨਾ ਕਿਸੇ ਦੀ ਸੁਣੋ। ਰੱਬ ਦੀ ਕਰੋ ਅਤੇ ਰੱਬ ਦੀ ਸੁਣੋ। ਜਦੋਂ ਰੱਬ ਦੀ ਕਰੋਗੇ, ਰੱਬ ਦੀ ਸੁਣੋਗੇ, ਫਿਰ ਤੁਸੀਂ ਰੱਬ ਵਾਲੇ ਪਾਸੇ ਹੀ ਜਾਓਗੇ।